ਅੱਜ ਜਿਸ ਟੌਪਿਕ ਬਾਰੇ ਅਸੀਂ ਪੜ੍ਹਨ ਜਾ ਰਹੇ ਹਾਂ ਉਸ ਟੌਪਿਕ ਦਾ ਨਾਮ ਹੈ ਸੈਲਫ ਮੈਨੇਜਮੈਂਟ ਸਕਿੱਲਸ ਜਾਂ ਫਿਰ ਤੁਸੀਂ ਪੰਜਾਬੀ ਦੇ ਵਿੱਚ ਇਸ ਨੂੰ ਸਵੈ ਪ੍ਰਬੰਧਨ ਵੀ ਕਹਿ ਸਕਦੇ ਹੋ। ਇਸ ਟੌਪਿਕ ਦੇ ਬਾਰੇ ਦੇ ਵਿੱਚ ਅਸੀਂ ਪਰਤ ਦਰ ਪਰਤ ਪੜ੍ਹਾਂਗੇ ਤੇ ਸਮਝਾਂਗੇ ਕਿ ਇਸ ਨੂੰ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨਾ ਹੈ ਅਤੇ ਕਿਸ ਤਰ੍ਹਾਂ ਇਸ ਚੀਜ਼ ਨੂੰ ਸਮਝਣਾ ਹੈ। आओ बच्चों एक एक करके इसनू समझिए ते करिए। स्वै प्रबंधन नू स्वै नियंत्रण भी कहा जाता है। ਵੱਖੋ ਵੱਖਰੀਆਂ ਸਥਿਤੀਆਂ ਵਿੱਚ ਕਿਸੇ ਦੀਆਂ ਭਾਵਨਾਵਾਂ ਵਿਚਾਰਾਂ ਨੂੰ ਆਪਣੇ ਤਰੀਕੇ ਦੇ ਨਾਲ ਕੰਟਰੋਲ ਕਰਨਾ ਇਸ ਨੂੰ ਸਵੈ ਪ੍ਰਬੰਧਨ ਕਿਹਾ ਜਾਂਦਾ ਹੈ। ਸਵੈ ਪ੍ਰਬੰਧਨ ਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਆ ਜਾਂਦੀਆਂ ਹਨ, ਜਿਵੇਂ ਕਿ ਸਮਾਂ ਪ੍ਰਬੰਧਨ ਅਤੇ ਆਪਣਾ ਟੀਚਾ ਨਿਰਧਾਰਿਤ ਕਰਨਾ। ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਸਵੈ ਪ੍ਰਬੰਧਨ ਦੇ ਵਿੱਚ ਗਿਣ ਸਕਦੇ ਹਾਂ ਅਤੇ ਇਹ ਬਹੁਤ ਹੀ ਜ਼ਰੂਰੀ ਰੋਲ ਅਦਾ ਕਰਦੀਆਂ ਹਨ। ਬੱਚਿਓ, ਇਸ ਦੇ ਨਾਲ ਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਕਿ ਸਵੈ ਪ੍ਰਬੰਧਨ ਜਿਹੜਾ ਵਿਦਿਆਰਥੀਆਂ ਦੇ ਵਿੱਚ ਹੁੰਦਾ ਹੈ, ਉਹ ਵਿਦਿਆਰਥੀ ਬਾਕੀਆਂ ਨਾਲੋਂ ਥੋੜ੍ਹੇ ਵੱਖਰੇ ਵੀ ਹੁੰਦੇ ਹਨ। ਕਿਉਂ? ਕਿਉਂਕਿ ਤੁਹਾਨੂੰ ਮੈਂ ਐਗਜ਼ਾਮਪਲ ਦੇ ਤੌਰ 'ਤੇ ਦੱਸਣਾ ਚਾਹਾਂਗਾ। ਜੇਕਰ ਕੋਈ ਬੱਚਾ ਆ ਉਹ ਸਵੇਰੇ ਜਲਦੀ ਉੱਠਦਾ, ਆਪਣੇ ਕੰਮਕਾਰ ਟਾਈਮ ਨਾਲ ਕਰਦਾ, ਸਕੂਲ ਟਾਈਮ ਨਾਲ ਜਾਂਦਾ, ਘਰ ਟਾਈਮ ਨਾਲ ਪਹੁੰਚਦਾ ਅਤੇ ਆਪਣਾ ਖੇਡ ਦਾ ਸਮਾਂ ਵੀ ਨਿਰਧਾਰਿਤ ਕੀਤਾ ਹੋਇਆ, ਇਹਦਾ ਮਤਲਬ ਉਹਨੇ ਆਪਣੇ ਸਮਾਂ ਪ੍ਰਬੰਧਨ ਜਿਹੜਾ ਆ ਉਹਨੂੰ ਪੂਰੇ ਤਰੀਕੇ ਨਾਲ ਮੈਨੇਜ ਕੀਤਾ ਹੋਇਆ। ਅਤੇ ਇਹੋ ਜਿਹੇ ਮਹਾਰਤ ਵਾਲੇ ਲੋਕਾਂ ਨੂੰ ਜਿਹੜੇ ਜਦੋਂ ਤੁਸੀਂ ਕਿਤੇ ਜੋਬ ਲੈਣ ਜਾਂਦੇ ਹੋ, ਪਲੇਸਮੈਂਟ ਵਾਸਤੇ ਜਾਂਦੇ ਹੋ, ਉਹ ਲੋਕ ਇਹੋ ਜਿਹੇ ਬੰਦਿਆਂ ਨੂੰ, ਇਹੋ ਜਿਹੇ ਬੱਚਿਆਂ ਨੂੰ ਸਭ ਤੋਂ ਪਹਿਲੀ ਪ੍ਰੈਫਰੈਂਸ ਦੇ ਉੱਪਰ ਰੱਖਦੇ ਹਨ। ਇਸ ਲਈ ਸਮਾਂ ਪ੍ਰਬੰਧਨ ਤੋਂ ਲੈ ਕੇ ਸਵੈ ਪ੍ਰਬੰਧਨ, ਇਹ ਸਾਰੀਆਂ ਚੀਜ਼ਾਂ ਤੁਹਾਡੇ ਲਈ ਬਹੁਤ ਜ਼ਰੂਰੀ ਹਨ। ਬੇਟਾ, ਅਗਲਾ ਟੌਪਿਕ ਹੈ ਜਿਹੜਾ ਉਹ ਹੈ ਸਟ੍ਰੈਸ ਮੈਨੇਜਮੈਂਟ ਜਾਂ ਤਣਾਅ ਪ੍ਰਬੰਧਨ। ਤਣਾਅ ਅੱਜ ਕੱਲ੍ਹ ਦੀ ਜ਼ਿੰਦਗੀ ਦੇ ਵਿੱਚ ਬਹੁਤ ਆਮ ਹੋ ਗਿਆ ਹੈ ਅਤੇ ਇਹ ਕਿਹੜੇ ਕਾਰਨਾਂ ਕਰਕੇ ਹੁੰਦਾ ਹੈ ਉਹ ਇਸ ਟੌਪਿਕ ਦੇ ਵਿੱਚ ਅਸੀਂ ਦੇਖਾਂਗੇ। ਸਟ੍ਰੈਸ ਜਿਹੜਾ ਹੈ ਉਹ ਕਾਫੀ ਤਰੀਕੇ ਨਾਲ ਹੋ ਸਕਦਾ ਅਤੇ ਇਹ ਸਾਡੀ ਮੈਂਟਲ ਹੈਲਥ ਜਿਹੜੀ ਹੈ, ਇਮੋਸ਼ਨਲ ਹੈਲਥ ਹੈ ਜਿਹੜੀ ਸਾਡੀ, ਜਾਂ ਫਿਜ਼ੀਕਲ ਹੈਲਥ ਹੈ, ਇਹਨਾਂ ਤਿੰਨਾਂ ਨੂੰ ਖਰਾਬ ਕਰ ਸਕਦਾ ਹੈ ਜਾਂ ਇਹਨਾਂ 'ਤੇ ਪ੍ਰਭਾਵ ਪਾਉਂਦਾ ਹੈ। ਬੱਚਿਓ, ਅਗਲੀ ਸਲਾਈਡ ਹੈ ਸਾਡੀ ਤਣਾਅ ਪ੍ਰਬੰਧਨ। ਤਣਾਅ ਪ੍ਰਬੰਧਨ ਦੀ ABC, ਤਣਾਅ ਪ੍ਰਬੰਧਨ ਦੀ ABC ਨੂੰ ਅਸੀਂ ਕਿਸ ਤਰ੍ਹਾਂ ਡਿਫਾਈਨ ਕਰਾਂਗੇ ਉਹ ਦੇਖੀਏ। ਇਹਦੇ ਵਿੱਚ ਸਾਡੇ ਕੋਲੋਂ A ਪੁਆਇੰਟ ਜਿਹੜਾ ਤੁਹਾਨੂੰ ਇਸ ਸਾਈਡ 'ਤੇ ਸ਼ੋ ਹੋ ਰਿਹਾ ਹੈ ਉਹ ਹੈ ਮੁਸੀਬਤ ਜਾਂ ਤਣਾਅ ਵਾਲੀ ਘਟਨਾ। ਮੁਸੀਬਤ ਜਾਂ ਤਣਾਅ ਵਾਲੀ ਘਟਨਾ A ਪੁਆਇੰਟ ਜਿਹੜਾ ਤੁਹਾਨੂੰ ਇਸ ਸਾਈਡ 'ਤੇ ਸ਼ੋ ਹੋ ਰਿਹਾ ਹੈ। ਉਸ ਤੋਂ ਬਾਅਦ B ਜਿਹੜਾ ਕਿ ਤੁਹਾਨੂੰ ਉੱਪਰ ਵਾਲੇ ਪਾਸੇ ਸ਼ੋ ਹੋ ਰਿਹਾ ਹੈ ਉਹ ਹੈ ਵਿਸ਼ਵਾਸ, ਕਿ ਤੁਸੀਂ ਜਿਹੜਾ ਵੀ ਤੁਹਾਨੂੰ ਅੱਗੇ ਮੁਸੀਬਤ ਆਈ ਹੈ ਉਸ ਦਾ ਕਿਸ ਤਰ੍ਹਾਂ ਤੁਸੀਂ ਸਾਹਮਣਾ ਕਰ ਰਹੇ ਹੋ, ਉਹ ਤੁਹਾਨੂੰ ਵਿਸ਼ਵਾਸ ਦੇ ਵਿੱਚ ਆਏਗਾ। ਅਤੇ ਤੁਹਾਡਾ C ਪੁਆਇੰਟ ਹੈ ਨਤੀਜੇ, ਜੋ ਤੁਹਾਨੂੰ ਇਸ ਸਾਈਡ 'ਤੇ ਸ਼ੋ ਹੋ ਰਿਹਾ ਹੈ ਕਿ ਇਸ ਦਾ ਕੀ ਪਰਿਣਾਮ ਆਏਗਾ। ਇਹ ABC ਜਿਹੜੀ ਹੈ ਉਹ ਸਟ੍ਰੈਸ ਮੈਨੇਜਮੈਂਟ ਦੀ, ਇਹ ਤੁਹਾਨੂੰ ਯਾਦ ਰੱਖਣੀ ਬਹੁਤ ਜ਼ਰੂਰੀ ਹੈ। ਇਸ ਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ ਹੈ ਇਹ ਤੁਹਾਨੂੰ ਅੱਗੇ ਚੈਪਟਰਸ ਦੇ ਵਿੱਚ ਦੱਸ ਦਿੱਤਾ ਜਾਏਗਾ। ਨੈਕਸਟ ਸਲਾਈਡ ਹੈ ਬੇਟਾ ਸਟ੍ਰੈਸ ਮੈਨੇਜਮੈਂਟ ਟੈਕਨੀਕ, ਜੋ ਕਿ ਤੁਹਾਡਾ ਸਟ੍ਰੈਸ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ਉਸ ਦੇ ਬਾਰੇ 'ਚ ਇਸ ਟੈਕਨੀਕ ਦੇ ਵਿੱਚ ਦੱਸਿਆ ਜਾਏਗਾ। ਇਸ ਟੈਕਨੀਕ ਦੇ ਵਿੱਚ ਕਾਫੀ ਸਾਰੇ ਪੁਆਇੰਟਸ ਨੇ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਕੇ ਜਾਂ ਜਿਹੜਾ ਵੀ ਇਨਸਾਨ ਸਟ੍ਰੈਸ ਫੀਲ ਕਰ ਰਿਹਾ ਹੈ ਉਹ ਇਸ ਟੈਕਨੀਕ ਨੂੰ ਇੰਪਲੀਮੈਂਟ ਕਰਕੇ ਆਪਣੇ ਸਟ੍ਰੈਸ ਨੂੰ ਦੂਰ ਕਰ ਸਕਦਾ ਹੈ। ਉਹ ਟੈਕਨੀਕ ਦੇ ਕੁਝ ਪੁਆਇੰਟ ਤੁਹਾਡੇ ਅੱਗੇ ਦੱਸੇ ਜਾ ਰਹੇ ਹਨ। ਪਹਿਲਾ ਪੁਆਇੰਟ ਹੈ ਐਕਸਰਸਾਈਜ਼ ਕਰਨਾ, ਠੀਕ ਹੈ, ਜਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਜਿਸ ਤਰ੍ਹਾਂ ਹੀ ਐਕਸਰਸਾਈਜ਼ ਕਰਦੇ ਹਾਂ ਅਤੇ ਇਹਦੇ ਨਾਲ ਕੀ ਹੈ ਕਿ ਸਾਡੇ ਸਰੀਰ ਦੇ ਵਿੱਚ ਜਿਹੜੇ ਸਾਡੇ ਸਰੀਰ ਦੀ ਮੂਵਮੈਂਟ ਹੁੰਦੀ ਰਹਿੰਦੀ ਹੈ, ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚ ਕਿਸੇ ਤਰ੍ਹਾਂ ਦੀ ਫਿਜ਼ੀਕਲੀ ਕਮੀ ਨਹੀਂ ਹੁੰਦੀ। ਦੂਜਾ ਆ ਸਮਾਂ ਪ੍ਰਬੰਧਨ ਜਾਂ ਟਾਈਮ ਮੈਨੇਜਮੈਂਟ। ਟਾਈਮ ਮੈਨੇਜਮੈਂਟ ਵੀ ਬਹੁਤ ਜ਼ਰੂਰੀ ਪਾਰਟ ਹੈ, ਜਿਹਦੇ ਨਾਲ ਕੀ ਹੁੰਦਾ ਹੈ ਕਿ ਅਸੀਂ ਜਦ ਆਪਣੇ ਟਾਈਮ ਨੂੰ ਬੰਨ੍ਹ ਲੈਂਦੇ ਹਾਂ ਕਿ ਇਸ ਸਮੇਂ ਦੇ ਵਿੱਚ ਅਸੀਂ ਇਹ ਕੰਮ ਕਰਨਾ ਹੈ, ਅਤੇ ਉਹਦੇ ਨਾਲ ਕੀ ਹੈ ਕਿ ਤਣਾਅ ਸਾਨੂੰ ਉਦੋਂ ਹੀ ਹੁੰਦਾ ਹੈ ਜਦੋਂ ਸਾਡਾ ਦਿਮਾਗ ਜਿਹੜਾ ਉਹ ਖਾਲੀ ਬੈਠਾ ਹੋਏ। ਜਦੋਂ ਤੁਸੀਂ ਪੂਰੇ ਦਿਮਾਗ ਨੂੰ ਇੱਕ ਸਮੇਂ ਦੇ ਵਿੱਚ ਬੰਨ੍ਹ ਕੇ ਰੱਖਿਆ ਹੈ ਕਿ ਤੁਸੀਂ ਇਹ ਟਾਈਮ ਦੇ ਵਿੱਚ ਇਹ ਕੰਮ ਕਰਨਾ ਹੈ,
ਤਾਂ ਸਟ੍ਰੈਸ ਤੁਹਾਨੂੰ ਹੋਣ ਦੇ ਚਾਂਸਸ ਬਹੁਤ ਘੱਟ ਜਾਂਦੇ ਹਨ। ਜੇ ਸਟ੍ਰੈਸ ਹੁੰਦਾ ਵੀ ਹੈ ਤੇ ਉਸ ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ। ਤੇ ਤੀਜਾ ਪੁਆਇੰਟ ਹੈ ਸਾਡਾ ਤੰਦਰੁਸਤ ਜਾਂ ਚੰਗੀ ਖੁਰਾਕ। ਚੰਗੀ ਖੁਰਾਕ ਵੀ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਕਿਸੇ ਵੀ ਤਰੀਕੇ ਦੀ ਜਿਹੜੀ ਤੁਹਾਡੇ ਸਰੀਰ 'ਚ ਕੋਈ ਕਮੀ ਆ ਰਹੀ ਹੈ ਉਸ ਨੂੰ ਤੁਸੀਂ ਈਜ਼ੀਲੀ ਪੂਰਾ ਕਰ ਸਕੋ। ਤੇ ਚੌਥਾ ਤੇ ਬਹੁਤ ਹੀ ਜ਼ਰੂਰੀ ਪੁਆਇੰਟ ਹੈ ਉਹ ਹੈ ਪੋਜ਼ਿਟਿਵਿਟੀ, ਸਕਾਰਾਤਮਕ ਸੋਚ। ਜੇ ਤੁਸੀਂ ਆਪਣੀ ਸੋਚ ਸਕਾਰਾਤਮਕ ਰੱਖਦੇ ਹੋ ਤਾਂ ਤੁਹਾਨੂੰ ਸਟ੍ਰੈਸ ਕਦੀ ਵੀ ਕੁਝ ਨਹੀਂ ਕਰ ਸਕਦਾ। ਦੋਸਤੋ ਤੁਹਾਡੀ ਜਿਹੜੀ ਪੋਜ਼ਿਟਿਵਿਟੀ ਹੈ ਜਾਂ ਸਕਾਰਾਤਮਕ ਸੋਚ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਇਹ ਸਾਰੇ ਦੇ ਸਾਰੇ ਪੁਆਇੰਟ ਤੁਹਾਨੂੰ ਉੱਪਰ ਸਲਾਈਡ ਦੇ ਵਿੱਚ ਸ਼ੋ ਹੋ ਰਹੇ ਹਨ ਤੇ ਤੁਸੀਂ ਇਹਨਾਂ ਸਾਰਿਆਂ ਨੂੰ ਤੁਸੀਂ ਇੰਗਲਿਸ਼ ਦੇ ਉੱਤੇ ਸ਼ੋ ਹੋ ਰਹੇ ਹਨ, ਤੁਸੀਂ ਇਹਨਾਂ ਨੂੰ ਪੰਜਾਬੀ 'ਚ ਤੁਹਾਨੂੰ ਸਮਝਾ ਦਿੱਤਾ ਗਿਆ ਹੈ। ਤੁਸੀਂ ਇਹਨਾਂ ਨੂੰ ਤੁਸੀਂ ਇੰਪਲੀਮੈਂਟ ਵੀ ਕਰ ਸਕਦੇ ਹੋ। ਠੀਕ ਹੈ ਬੇਟਾ, ਅਗਲੀ ਸਲਾਈਡ ਦੇ ਵਿੱਚ ਚੱਲਦੇ ਹਾਂ। ਬੇਟਾ ਅਗਲੀ ਸਲਾਈਡ ਹੈ ਸਾਡੀ 3 ਸਟੈਪਸ ਫॉर ਮੈਨੇਜ ਸਟ੍ਰੈਸ। ਇਹਦੇ ਵਿੱਚ ਕੀ ਹੈ? ਸਭ ਤੋਂ ਪਹਿਲਾਂ ਪੁਆਇੰਟ ਹੈ ਧਿਆਨ ਰੱਖੋ ਕਿ ਤੁਸੀਂ ਤਣਾਅ ਵਿੱਚ ਹੋ। ਦੂਜਾ ਇਹ ਦੇਖਣਾ ਕਿ ਤੁਹਾਨੂੰ ਤਣਾਅ ਹੈ ਤੇ ਕਿਸ ਗੱਲ ਦਾ ਹੈ। ਤੇ ਤੀਜਾ ਪੁਆਇੰਟ ਹੈ ਸਾਡਾ ਕਿ ਜੇਕਰ ਤੁਹਾਨੂੰ ਤਣਾਅ ਹੈ ਤਾਂ ਉਸ ਨੂੰ ਕਿਸ ਤਰੀਕੇ ਨਾਲ ਦੂਰ ਕੀਤਾ ਜਾ ਸਕਦਾ ਹੈ। ਹੁਣ ਬੇਟਾ ਇਹਦੇ ਵਿੱਚ ਅਸੀਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਮੰਨ ਲਓ ਕਿ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਥੋੜ੍ਹੇ ਟਾਈਮ ਦੇ ਵਿੱਚ ਤੁਸੀਂ ਪੜ੍ਹਾਈ ਕਰਨੀ ਹੈ ਜਾਂ ਅਗਲਾ ਕੋਈ ਟਾਈਮ ਪਲਾਨ ਬਣਾਇਆ ਹੈ ਤੁਸੀਂ। ਉਹਦੇ ਵਿੱਚ ਕੀ ਹੈ ਕਿ ਜੇਕਰ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਤੁਸੀਂ ਮੈਥ ਦੇ ਵਿੱਚ ਥੋੜ੍ਹੇ ਕਮਜ਼ੋਰ ਹੋ ਜਾਂ ਕਿਸੇ ਪਰਟੀਕੂਲਰ ਸਬਜੈਕਟ ਦੇ ਵਿੱਚ ਤੁਸੀਂ ਕਮਜ਼ੋਰ ਹੋ ਤੇ ਤੁਸੀਂ ਉਸ ਦੇ ਵਿੱਚ ਮਿਹਨਤ ਕਰਨੀ ਹੈ ਤੇ ਕਿਸ ਤਰ੍ਹਾਂ ਮਿਹਨਤ ਕਰਨੀ ਹੈ, ਜਾਂ ਓਵਰ ਟਾਈਮ ਲਗਾ ਕੇ ਕਰਨਾ ਹੈ ਜਾਂ ਆਪਣਾ ਸਟੱਡੀ ਟਾਈਮ ਵਧਾ ਕੇ ਕਰਨਾ ਹੈ। ਇਹਦੇ ਨਾਲ ਕੀ ਹੈ ਕਿ ਤੁਸੀਂ ਇਸ ਪਰਟੀਕੂਲਰ ਸਟ੍ਰੈਸ ਤੋਂ ਵੀ ਦੂਰ ਹੋ ਸਕਦੇ ਹੋ ਜਾਂ ਬਾਹਰ ਆ ਸਕਦੇ ਹੋ। ਬੇਟਾ ਅਗਲਾ ਪੁਆਇੰਟ ਹੈ ਸਾਡਾ ਸਟਰੈਂਥ ਐਂਡ ਵੀਕਨੈਸ ਐਨਾਲਿਸਿਸ। ਮਤਲਬ ਤੁਹਾਡੀਆਂ ਤਾਕਤਾਂ ਅਤੇ ਕਮਜ਼ੋਰੀਆਂ ਕੀ ਹਨ ਉਹਨਾਂ ਦਾ ਐਨਾਲਿਸਿਸ ਕਰਨਾ ਅਤੇ ਉਹਨਾਂ ਨੂੰ ਕਿੱਦਾਂ ਠੀਕ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਦੇਖਣਾ ਚਾਹੀਦਾ ਹੈ ਕਿ ਤੁਹਾਡੀਆਂ ਤਾਕਤਾਂ ਕੀ ਹਨ। ਇਹਦੇ ਲਈ ਸਭ ਤੋਂ ਪਹਿਲਾ ਪੁਆਇੰਟ ਸਾਡੇ ਕੋਲ ਹੈ ਕਿ ਤੁਸੀਂ ਇਹ ਸੋਚੋ ਆਪਣੇ ਅੰਦਰ ਕਿ ਕਿਹੜਾ ਕੰਮ ਹੈ ਜਿਹੜਾ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੇ ਹੋ ਤੇ ਹਮੇਸ਼ਾ ਉਹਦੇ ਵਿੱਚ ਸਫਲ ਹੁੰਦੇ ਹੋ। ਇਹ ਤੁਹਾਡਾ ਕੀ ਹੈ? ਇਹ ਸਟਰੈਂਥ ਦਾ ਪੁਆਇੰਟ ਆ ਜਾਂਦਾ ਹੈ। ਅਤੇ ਉਸ ਤੋਂ ਬਾਅਦ ਦੇਖੋ ਕਿ ਕਿਹੜਾ ਕੰਮ ਤੁਸੀਂ ਕਰਦੇ ਹੋ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ। ਇਹ ਵੀ ਤੁਹਾਡੀ ਸਟਰੈਂਥ ਦਾ ਹੀ ਜਾਂ ਤੁਹਾਡੀ ਤਾਕਤ ਦਾ ਹੀ ਹਿੱਸਾ ਹਨ। ਅਤੇ ਉਸ ਤੋਂ ਬਾਅਦ ਇਹ ਚੀਜ਼ ਸੋਚੋ ਕਿ ਕਿਹੜਾ ਕੰਮ ਹੈ ਜਿਹੜਾ ਤੁਸੀਂ ਕਰੋਗੇ ਤੇ ਬੜੇ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਇਹ ਵੀ ਤੁਹਾਡੀ ਸਟਰੈਂਥ ਦਾ ਹੀ ਇੱਕ ਹਿੱਸਾ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ ਹੈ ਸਾਡਾ ਜਿਹੜਾ ਇਹਦੇ ਨਾਲ ਹੀ ਹੈ ਉਹ ਵੀਕਨੈਸ ਹੈ ਜਾਂ ਕਮਜ਼ੋਰੀ ਹੈ। ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਕਿਸੇ ਪਰਟੀਕੂਲਰ ਚੀਜ਼ 'ਚ ਕਮਜ਼ੋਰ ਹੋ। ਇਸ ਪੁਆਇੰਟ ਨੂੰ ਦੱਸਣ ਦਾ ਮਤਲਬ ਸਿਰਫ ਇਹੀ ਆ ਕਿ ਆਪਣੇ ਅੰਦਰ ਦੀਆਂ ਕਮਜ਼ੋਰੀਆਂ ਨੂੰ ਲੱਭ ਕੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਜਾਂ ਸਕਾਰਾਤਮਕ ਤਰੀਕੇ ਨਾਲ ਪੋਜ਼ਿਟਿਵ ਜਾਂ ਵਧੀਆ ਤਰੀਕੇ ਦੇ ਵਿੱਚ ਬਦਲ ਦੇਣਾ। ਉਹਦੇ ਲਈ ਕੀ ਹੈ ਕਿ ਸਭ ਤੋਂ ਪਹਿਲਾਂ ਤੇ ਦੇਖੋ ਕਿ ਕਿਹੜਾ ਕੰਮ ਤੁਸੀਂ ਲਾਸਟ ਟਾਈਮ ਕੀਤਾ ਸੀ ਤੇ ਤੁਸੀਂ ਅਸਫਲ ਰਹੇ ਤੇ ਉਸ ਚੀਜ਼ ਨੂੰ ਤੁਸੀਂ ਪੋਜ਼ਿਟਿਵ ਵੇ ਨਾਲ ਕਿੱਦਾਂ ਕਰ ਸਕਦੇ ਹੋ। ਦੂਜਾ ਦੇਖੋ ਕਿ ਲੋਕ ਜਿਹੜਾ ਕੰਮ ਤੁਸੀਂ ਕੀਤਾ ਹੈ ਉਹ ਕਿਹੜਾ ਕੰਮ ਸੀਗਾ ਜਿਹੜਾ ਲੋਕਾਂ ਨੇ ਜ਼ਿਆਦਾ ਪਸੰਦ ਨਹੀਂ ਕੀਤਾ। ਉਹ ਵੀ ਤੁਹਾਡੀ ਜਿਹੜੀ ਆ ਇੱਕ ਕਮਜ਼ੋਰੀ ਹੀ ਕਹਿਲਾਏਗੀ, ਬਟ ਉਹਨੂੰ ਤੁਸੀਂ ਕਿਸ ਤਰ੍ਹਾਂ ਠੀਕ ਕਰ ਸਕਦੇ ਹੋ ਉਹ ਤੁਹਾਨੂੰ ਆਪ ਹੀ ਇਸ ਚੀਜ਼ ਦੇ ਨਾਲ ਪਤਾ ਲੱਗ ਜਾਏਗਾ। ਸੋ ਸਟਰੈਂਥ ਐਂਡ ਵੀਕਨੈਸਿਸ ਤੁਹਾਨੂੰ ਜਿੰਨੀ ਦੇਰ ਤੱਕ ਆਪ ਨਹੀਂ ਪਤਾ ਹੋਣਗੀਆਂ ਤੁਸੀਂ ਉਹਨਾਂ ਨੂੰ ਸੁਧਾਰ ਵੀ ਨਹੀਂ ਸਕਦੇ। ਸੋ ਇਸ ਪੁਆਇੰਟ ਦੇ ਵਿੱਚ ਅਸੀਂ ਇਹ ਚੀਜ਼ ਹੀ ਸਿੱਖੀ ਹੈ। ਸੈਲਫ ਮੋਟੀਵੇਸ਼ਨ। ਬੇਟਾ ਨੈਕਸਟ ਪੁਆਇੰਟ ਹੈ ਸਾਡਾ ਸੈਲਫ ਮੋਟੀਵੇਸ਼ਨ। ਸੈਲਫ ਮੋਟੀਵੇਸ਼ਨ ਹੋਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਅਸੀਂ ਕੋਈ ਕੰਮ ਜਦੋਂ ਕਰਦੇ ਹਾਂ ਉਸ ਕੰਮ ਦੇ ਲਈ ਆਪਣੇ ਆਪ ਨੂੰ ਪ੍ਰੇਰਿਤ ਕਰਦੇ ਹਾਂ ਕਿ ਇਹ ਕੰਮ ਅਸੀਂ ਕਰ ਸਕਦੇ ਹਾਂ, ਸੋ ਇਹ ਸੈਲਫ ਮੋਟੀਵੇਸ਼ਨ ਦਾ ਹੀ ਇੱਕ ਹਿੱਸਾ ਜਾਂ ਸੈਲਫ ਮੋਟੀਵੇਸ਼ਨ ਹੀ ਕਹਿਲਾਉਂਦੀਆਂ ਹਨ। ਇੱਕ ਤੁਸੀਂ ਸਟੋਰੀ ਸੁਣੀ ਹੋਏਗੀ ਖਰਗੋਸ਼ ਅਤੇ ਕੱਛੂ ਕੰਮੇ ਵਾਲੀ, ਜਿਹਦੇ ਵਿੱਚ ਕੱਛੂ ਕੰਮੇ ਨੂੰ ਇਸ ਚੀਜ਼ ਦਾ ਅੰਦਾਜ਼ਾ ਪਹਿਲਾਂ ਹੀ ਹੁੰਦਾ ਹੈ ਕਿ ਉਹ ਇਹ ਪਰਟੀਕੂਲਰ ਰੇਸ ਨੂੰ ਜਿੱਤ ਨਹੀਂ ਸਕਦਾ ਕਿਉਂਕਿ ਉਹ ਇੰਨਾ ਤੇਜ਼ ਨਹੀਂ ਹੈ, ਬਟ ਫਿਰ ਵੀ ਉਹ ਆਪਣੇ ਆਪ ਨੂੰ ਮੋਟੀਵੇਟ ਰੱਖਦਾ ਹੈ ਅਤੇ ਐਟ ਦਾ ਲਾਸਟ ਉਹ ਰੇਸ ਨੂੰ ਜਿੱਤਦਾ ਹੈ। ਸੋ ਇਹ ਕੀ ਹੈ? ਇਹ ਸੈਲਫ ਮੋਟੀਵੇਸ਼ਨ ਦਾ ਹੀ ਇੱਕ ਹਿੱਸਾ ਹਨ। ਟਾਈਪ ਆਫ ਮੋਟੀਵੇਸ਼ਨ। ਬੇਟਾ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੋਟੀਵੇਸ਼ਨ ਕਿੰਨੇ ਤਰ੍ਹਾਂ ਦੀ ਹੈ। ਮੋਟੀਵੇਸ਼ਨ ਵੀ ਦੋ ਤਰ੍ਹਾਂ ਦੀ ਹੈ, ਇੱਕ ਹੈ ਇੰਟਰਨਲ ਮੋਟੀਵੇਸ਼ਨ ਤੇ ਦੂਜੀ ਹੈ ਐਕਸਟਰਨਲ ਮੋਟੀਵੇਸ਼ਨ। ਇੰਟਰਨਲ ਮੋਟੀਵੇਸ਼ਨ ਦੇ ਵਿੱਚ ਕੀ ਹੈ
ਕਿ ਉਹ ਕੰਮ ਜਿਹੜੇ ਅਸੀਂ ਆਪਣੀ ਖੁਸ਼ੀ ਦੇ ਲਈ ਕਰਦੇ ਹਾਂ ਉਹ ਅਸੀਂ ਆਪਣੇ ਆਪ ਨੂੰ ਖੁਦ ਮੋਟੀਵੇਟ ਕਰਦੇ ਹਾਂ, ਉਹ ਸਾਡੀ ਇੰਟਰਨਲ ਮੋਟੀਵੇਸ਼ਨ ਦਾ ਹਿੱਸਾ ਹਨ ਜਾਂ ਇੰਟਰਨਲ ਮੋਟੀਵੇਸ਼ਨ ਕਹਿਲਾਉਂਦੀਆਂ ਹਨ। ਐਕਸਟਰਨਲ ਮੋਟੀਵੇਸ਼ਨ ਕੀ ਹੈ? ਐਕਸਟਰਨਲ ਮੋਟੀਵੇਸ਼ਨ ਜਦੋਂ ਅਸੀਂ ਕਿਸੇ ਰੇਸ ਦੇ ਵਿੱਚ ਭੱਜ ਰਹੇ ਹਾਂ ਜਾਂ ਕੋਈ ਹੋਰ ਕੰਮ ਕਰ ਰਹੇ ਹਾਂ ਜਾਂ ਕਿਸੇ ਫੁੱਟਬਾਲ ਟੀਮ ਦੇ ਵਿੱਚ ਜਿੱਤੇ ਹਾਂ, ਸਾਨੂੰ ਕੋਈ ਇਨਾਮ ਮਿਲਿਆ ਹੈ ਜਾਂ ਬਾਕੀਆਂ ਲੋਕਾਂ ਨੇ ਸਾਡੀ ਪ੍ਰੇਸ ਕੀਤੀ ਹੈ, ਉਹ ਸਾਰਾ ਸਾਨੂੰ ਐਕਸਟਰਨਲ ਮੋਟੀਵੇਸ਼ਨ ਪ੍ਰਦਾਨ ਕਰਦੀਆਂ ਹਨ। ਬੇਟਾ ਅਗਲਾ ਪੁਆਇੰਟ ਹੈ ਸਾਡਾ ਸੈਲਫ ਰੈਗੂਲੇਸ਼ਨ, ਸੈਟਿੰਗ ਗੋਲਸ। ਇਹਦੇ ਵਿੱਚ ਕੀ ਹੈ ਕਿ ਸੈਟਿੰਗ ਗੋਲਸ ਨੂੰ ਹੀ ਕਹਿ ਦਿੰਦੇ ਆ ਟੀਚਾ ਨਿਰਧਾਰਿਤ ਕਰਨਾ। ਇਹਦੇ ਵਿੱਚ ਕੀ ਕਰਾਂਗੇ ਅਸੀਂ ਕਿ ਇੱਕ ਮੈਂ ਚਲੋ ਸਾਰਾ ਟੌਪਿਕ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਸਟੋਰੀ ਜੋ ਕਿ ਤੁਹਾਡੀ ਸਕਰੀਨ 'ਚ ਵੀ ਸ਼ੋ ਹੋ ਰਹੀ ਹੈ ਉਹ ਮੈਂ ਤੁਹਾਨੂੰ ਸੁਣਾ ਦਿੰਦਾ। ਇੱਕ ਵਾਰੀ ਦੀ ਗੱਲ ਹੈ ਕਿ ਇੱਕ ਬੰਦਾ ਸੀਗਾ, ਉਹ ਰਸਤੇ ਤੋਂ ਜਾ ਰਿਹਾ ਸੀ। ਜਦੋਂ ਉਹ ਜਾਂਦਾ ਜਾਂਦਾ ਇੱਕ ਚੌਰਾਹੇ 'ਤੇ ਪਹੁੰਚਿਆ, ਉੱਥੇ ਇੱਕ ਬਜ਼ੁਰਗ ਬੰਦੇ ਨੂੰ ਪੁੱਛਿਆ ਉਹਨਾਂ ਨੇ ਕਿ ਇਹ ਰਸਤਾ ਕਿੱਧਰ ਨੂੰ ਜਾਵੇਗਾ। ਤੇ ਬਜ਼ੁਰਗ ਬੰਦੇ ਨੇ ਉਹਨਾਂ ਨੂੰ ਪੁੱਛਿਆ ਕਿ ਜਨਾਬ ਤੁਸੀਂ ਜਾਣਾ ਕਿੱਥੇ ਚਾਹੁੰਦੇ ਹੋ? ਤੇ ਉਸਨੇ ਕਿਹਾ ਕਿ ਜੀ ਮੈਂ ਕਿਤੇ ਵੀ ਚੱਲ ਜਾਵਾਂਗਾ, ਮੈਨੂੰ ਦੱਸ ਦਿਓ। ਤੇ ਬਜ਼ੁਰਗ ਬੰਦੇ ਨੇ ਅੱਗੋਂ ਪੁੱਛਿਆ ਕਿ ਜੇਕਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਸੀਂ ਕਿੱਥੇ ਜਾਣਾ ਹੈ ਤਾਂ ਤੁਸੀਂ ਜਿਹੜੇ ਮਰਜ਼ੀ ਰਸਤੇ 'ਤੇ ਚਲੇ ਜਾਓ, ਕੋਈ ਫਰਕ ਨਹੀਂ ਪੈਂਦਾ। ਸੋ ਇਹ ਕਹਾਣੀ ਸਾਨੂੰ ਇਹੀ ਦੱਸਦੀ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਆਪਣਾ ਕੋਈ ਗੋਲ ਜਾਂ ਟੀਚਾ ਨਿਰਧਾਰਿਤ ਨਹੀਂ ਕੀਤਾ ਹੋਇਆ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ ਜਾਂ ਕੀ ਕਰਨਾ ਹੈ, ਉਨੀ ਦੇਰ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਦੀਆਂ ਪੌੜੀਆਂ ਨੂੰ ਨਹੀਂ ਚੜ੍ਹ ਪਾਓਗੇ। ਜੇਕਰ ਇਹਦੇ ਵਿੱਚ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਲਈ ਮੈਂ ਦੱਸ ਦਿੰਦਾ। ਜੇਕਰ ਕੋਈ ਬੱਚਾ ਹੈ, ਉਹ ਕਹਿੰਦਾ ਹੈ ਕਿ ਮੈਂ ਅਕਾਊਂਟੈਂਟ ਜਿਹੜਾ ਉਹ ਅੱਗੇ ਜਾ ਕੇ ਬਣਨਾ ਚਾਹੁੰਦਾ ਹਾਂ, ਤੇ ਉਹ ਕੀ ਕਰੇਗਾ? ਸਭ ਤੋਂ ਪਹਿਲਾਂ ਆਪਣੀ ਪੜ੍ਹਾਈ ਜਿਹੜੀ ਹੈ ਉਹ ਕਮਰਸ ਦੇ ਵਿੱਚ ਲੈ ਕੇ ਚੱਲਦਾ ਹੈ, ਜਾਂ ਅੱਗੇ BCom ਕਰਦਾ ਹੈ ਜਾਂ MCom ਕਰਦਾ ਹੈ ਜਾਂ ਅੱਗੇ ਉਹ CA ਦੀ ਪੜ੍ਹਾਈ ਕਰਦਾ ਹੈ। ਇਹਦੇ ਨਾਲ ਕੀ ਹੈ ਕਿ ਬੱਚੇ ਨੇ ਸ਼ੁਰੂ ਤੋਂ ਇੱਕ ਟੀਚਾ ਨਿਰਧਾਰਿਤ ਕੀਤਾ ਹੋਇਆ ਸੀ, ਸੋ ਉਸੇ ਲਾਈਨ ਦੇ ਵਿੱਚ ਚੱਲਿਆ ਰਿਹਾ। ਤੇ ਇਹਦੇ ਨਾਲ ਕੀ ਹੈ ਕਿ ਉਹ ਆਪਣੀ ਜ਼ਿੰਦਗੀ ਵਿੱਚ ਹੌਲੀ ਹੌਲੀ ਸਫਲਤਾ ਦੀਆਂ ਪੌੜੀਆਂ ਨੂੰ ਚੜ੍ਹਦਾ ਜਾਵੇਗਾ। ਸੋ ਇਹਦੇ ਨਾਲ ਸਾਨੂੰ ਇਹੀ ਸਿੱਖਣ ਨੂੰ ਮਿਲਿਆ ਜਾਂ ਸਿੱਖਿਆ ਕਿ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਨਾ ਹੈ, ਤੁਹਾਨੂੰ ਆਪਣਾ ਗੋਲ ਸੈੱਟ ਸ਼ੁਰੂ ਤੋਂ ਹੀ ਕਰਨਾ ਪਵੇਗਾ, ਤਾਂ ਹੀ ਤੁਸੀਂ ਉਸ ਦੇ ਵਿੱਚ ਸਫਲ ਹੋ ਸਕਦੇ ਹੋ। ਬੇਟਾ ਲਾਸਟ ਪੁਆਇੰਟ ਹੈ ਸਾਡਾ ਜਾਂ ਲਾਸਟ ਟੌਪਿਕ ਹੈ, ਜਿਵੇਂ ਕਿ ਤੁਸੀਂ ਸਲਾਈਡ ਤੇ ਦੇਖ ਪਾ ਰਹੇ ਹੋ, ਟਾਈਮ ਮੈਨੇਜਮੈਂਟ। ਟਾਈਮ ਮੈਨੇਜਮੈਂਟ ਵੀ ਸਾਡੀ ਜ਼ਿੰਦਗੀ ਦਾ ਬਹੁਤ ਹੀ ਜ਼ਰੂਰੀ ਹਿੱਸਾ ਹੈ। ਇਹਦੇ ਪੁਆਇੰਟ ਕੁਝ ਇਸ ਤਰ੍ਹਾਂ ਨੇ, ਜਿਵੇਂ ਕਿ ਤੁਸੀਂ ਪਹਿਲਾ ਪੁਆਇੰਟ ਦੇਖ ਰਹੇ ਹੋ ਜਿਹਦੇ ਵਿੱਚ ਲਿਖਿਆ ਹੋਇਆ ਹੈ ਕਿ ਟਾਈਮ 'ਤੇ ਆਪਣੇ ਕੰਮ ਨੂੰ ਪੂਰਾ ਕਰਨਾ। ਕੋਈ ਵੀ ਕੰਮ ਹੈ ਜਿਹੜਾ ਤੁਹਾਨੂੰ ਦਿੱਤਾ ਜਾਂਦਾ ਹੈ, ਜਿੰਨੀ ਦੇਰ ਤੱਕ ਤੁਸੀਂ ਉਸ ਨੂੰ ਟਾਈਮ 'ਤੇ ਪੂਰਾ ਨਹੀਂ ਕਰਦੇ ਹੋ ਜਾਂ ਟਾਈਮ ਤੋਂ ਬਾਅਦ ਕਰਦੇ ਹੋ ਤਾਂ ਉਸ ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਜੇ ਟਾਈਮ 'ਤੇ ਕਰਦੇ ਹੋ ਤਾਂ ਤੁਸੀਂ ਪ੍ਰੇਜ਼ ਦੇ ਹੱਕਦਾਰ ਹੁੰਦੇ ਹੋ। ਦੂਸਰਾ ਪੁਆਇੰਟ ਹੈ ਸਾਡਾ ਕਿ ਇਹ ਦੇਖਣਾ ਕਿ ਤੁਸੀਂ ਕਿਸੇ ਕੰਮ ਨੂੰ ਕਿੰਨੇ ਸਮੇਂ ਦੇ ਵਿੱਚ ਕੰਪਲੀਟ ਕਰ ਲੈਂਦੇ ਹੋ। ਤੀਜਾ ਪੁਆਇੰਟ ਹੈ ਸਾਡਾ ਕਿ ਜਿਹੜਾ ਵੀ ਤੁਸੀਂ ਕੰਮ ਕਰਨਾ ਹੈ ਤੇ ਉਸ ਦੀ ਪਹਿਲਾਂ ਸਮਾਂ ਸਾਰਣੀ ਬਣਾਓ ਕਿ ਤੁਸੀਂ ਉਹ ਕੰਮ ਕਦੋਂ ਕਰਨਾ ਹੈ। ਜਿਵੇਂ ਕਿ ਤੁਸੀਂ ਉੱਠਦੇ ਕਦੋਂ ਹੋ, ਜਾਂ ਤੁਸੀਂ ਉੱਠੇ ਹੋ, ਜਾਂ ਉਸ ਤੋਂ ਬਾਅਦ ਸਕੂਲ ਜਾਂਦੇ ਹੋ, ਸਕੂਲ ਜਾਣ ਤੋਂ ਬਾਅਦ ਤੁਸੀਂ ਕਿਹੜਾ ਜਿਹੜਾ ਸਬਜੈਕਟ ਹੈ ਉਹ ਕਿੰਨੇ ਟਾਈਮ 'ਤੇ ਪੜ੍ਹ ਰਹੇ ਹੋ। ਉਸ ਤੋਂ ਬਾਅਦ ਹੈ ਜਿਹੜੀਆਂ ਅਸਾਈਨਮੈਂਟਸ ਤੁਹਾਨੂੰ ਸਕੂਲ 'ਚੋਂ ਮਿਲੀਆਂ ਨੇ ਉਹ ਤੁਸੀਂ ਘਰ ਜਾ ਕੇ ਕਦੋਂ ਕਰਨੀਆਂ ਨੇ, ਅਤੇ ਘਰ ਜਾ ਕੇ ਕਿਹੜੇ ਸਮੇਂ ਬਾਅਦ ਤੁਸੀਂ ਖੇਡਣਾ ਹੈ। ਇਹ ਸਾਰੇ ਜਿਹੜੇ ਪੁਆਇੰਟ ਨੇ ਸਮਾਂ ਸਾਰਣੀ ਦੇ ਅੰਦਰ ਜਾਂ ਟਾਈਮ ਮੈਨੇਜਮੈਂਟ ਦੇ ਅੰਦਰ ਹੀ ਆ ਜਾਂਦੇ ਹਨ। ਸੋ ਇਸੇ ਦੇ ਨਾਲ ਹੀ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਉਹ ਖਤਮ ਹੁੰਦਾ ਹੈ। ਜੇਕਰ ਤੁਹਾਨੂੰ ਕਿਸੇ ਨੂੰ ਕੋਈ ਵੀ ਪ੍ਰੋਬਲਮ ਲੱਗਦੀ ਹੈ ਤਾਂ ਇਸੇ ਵੀਡੀਓ ਦੇ ਨਾਲ ਹੀ ਤੁਹਾਨੂੰ ਇਸ ਦੀ PPT ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵੀ ਮਿਲ ਜਾਏਗੀ, ਜਿਹਦੇ ਨਾਲ ਤੁਸੀਂ ਹੋਰ ਜ਼ਿਆਦਾ ਬਰੀਕੀ ਦੇ ਨਾਲ ਹੋਰ ਚੀਜ਼ਾਂ ਨੂੰ ਸਮਝ ਪਾਓਗੇ। ਧੰਨਵਾਦ, ਸ਼ੁਕਰੀਆ।